ਉਹ ਵਾਸੂ ਕੋਵਿਡ-19 ਦੀਆਂ ਵੈਕਸੀਨਸ ਦੀਆਂ ਕੁੱਲ ਮਿਲਾ ਕੇ ਤਕਰੀਬਨ 180 ਵੈਕਸੀਨਸ ਨੇ ਦੁਨੀਆ ਭਰ ਦੇ ਵਿੱਚ ਜਿਨ੍ਹਾਂ 'ਤੇ ਕੰਮ ਚੱਲਦਾ ਪਿਆ। ਹਾਂਜੀ ਅਤੇ ਕੈਨੇਡਾ ਦੇ ਵਿੱਚ ਹੁਣ ਇੱਕ ਪਹਿਲੀ ਟਰਾਇਲ ਸ਼ੁਰੂ ਹੋਈ ਆ, ਜਿਹੜੀ ਕੱਲ੍ਹ ਸਟਾਰਟ ਕੀਤੀ ਗਈ ਆ ਕਿਊਬੈਕ ਦੇ ਵਿੱਚ ਹੀ, ਜਿਹੜੀ ਕਿ ਮੈਡੀਕੈਗੋ ਇੰਕ ਵੱਲੋਂ ਡਿਵੈਲਪ ਕੀਤੀ ਗਈ ਇਹ ਮੈਡੀਸਿਨ ਆ, ਵੈਕਸੀਨ ਆ, ਜਿਹੜੀ ਕਿ ਕਿਊਬੈਕ ਦੀ ਹੀ ਬਾਇਓ ਫਾਰਮਾਸਿਊਟੀਕਲ ਕੰਪਨੀ ਆ ਇਹ। ਅਤੇ ਐਨੀਮਲ ਸਟੱਡੀਜ਼ ਦੇ ਵਿੱਚ ਇਹਦੇ ਬੜੇ ਐਨਕਰੇਜਿੰਗ ਰਿਜ਼ਲਟਸ ਆਏ ਨੇ। ਪਰ ਅਜੇ ਹੁਣ ਕੱਲ੍ਹ ਤੋਂ ਯੈਸਟਰਡੇ ਤੋਂ ਕਿਊਬੈਕ 'ਚ ਇਹਦੇ ਹਿਊਮਨ ਟਰਾਇਲ ਸ਼ੁਰੂ ਕੀਤੇ ਗਏ ਨੇ। ਵੋਲੰਟੀਅਰਸ ਦੀ ਗਿਣਤੀ ਬਹੁਤ ਥੋੜ੍ਹੀ ਹੈ ਇਹਦੇ 'ਚ, 6 ਵੋਲੰਟੀਅਰਸ ਅਜੇ ਫਿਲਹਾਲ ਹੈਗੇ ਆ। ਪਰ ਜੇਕਰ ਇਹਨਾਂ ਨੂੰ ਪਹਿਲਾਂ ਵਿਜੇ ਮੋਨੀਟਰ ਕੀਤਾ ਜਾਣਾ ਕੁਝ ਦਿਨਾਂ ਲਈ, 3 ਦਿਨਾਂ ਲਈ, ਉਸ ਤੋਂ ਬਾਅਦ ਜੇਕਰ ਕੋਈ 19 ਗੱਲ ਨਹੀਂ ਹੁੰਦੀ, ਸਭ ਕੁਝ ਠੀਕ ਜਾਂਦਾ, ਤਾਂ ਫਿਰ ਇਹਨੂੰ ਐਕਸਪੈਂਡ ਕੀਤਾ ਜਾਏਗਾ ਅਤੇ ਫਿਰ 180 ਵੋਲੰਟੀਅਰਸ ਇਹਦੇ ਵਿੱਚ ਪਾਰਟੀਸਪੇਟ ਕਰਨਗੇ। ਅਤੇ ਵਿਜੇ ਪਹਿਲੀ ਡੋਜ਼ ਦੇ ਦਿੱਤੀ ਗਈ ਆ ਅਤੇ ਉਹਨੂੰ ਹੁਣ ਮੋਨੀਟਰ ਕੀਤਾ ਜਾ ਰਿਹਾ। ਹੁਣ ਇਹਦੇ 'ਚ ਇਹ ਵੀ ਹੈ, ਕਹਿੰਦੇ ਵੀ ਇਹਦੇ 'ਚ ਇਹ ਨਹੀਂ ਦੇਖ ਰਹੇ ਅਸੀਂ ਵੀ ਇਸ ਵੈਕਸੀਨ ਦੀ ਅਸਰਦਾਇਕਤਾ ਕਿੰਨੀ ਆ। ਇਹ ਦੇਖਣਾ ਵੀ ਹਲੇ ਵੈਕਸੀਨ ਕੀ ਸੇਫ ਹੈ, ਇਹਦੀ ਪਰਖ ਸੁਰੱਖਿਆ ਦੇ ਪੱਖ ਤੋਂ ਕੀਤੀ ਜਾ ਰਹੀ ਹੈ, ਐਫੀਕੇਸੀ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਕੀਤੀ ਜਾ ਰਹੀ। ਅਤੇ ਉਹ ਹੁਣ ਜਦੋਂ ਸੈਕਿੰਡ ਡੋਜ਼ ਦਿੱਤੀ ਜਾਏਗੀ 3 ਹਫ਼ਤਿਆਂ ਤੋਂ ਬਾਅਦ, ਪਹਿਲੀ ਡੋਜ਼ ਤੋਂ 3 ਹਫ਼ਤਿਆਂ ਬਾਅਦ ਸੈਕਿੰਡ ਡੋਜ਼ ਦਿੱਤੀ ਜਾਣੀ ਆ ਜੀ। ਉਸ ਤੋਂ ਬਾਅਦ ਫਿਰ ਵਿਜੇ ਇਸ ਟਰਾਇਲ ਨੂੰ ਹੋਰ ਐਕਸਪੈਂਡ ਕੀਤਾ ਜਾਣਾ, ਲਾਰਜਰ ਸਕੇਲ 'ਤੇ ਹੋਣਾ ਇਹ ਟਰਾਇਲ। ਅਤੇ ਇਹ ਦੇਖੋ ਪਹਿਲੀ ਕੈਨੇਡੀਅਨ ਕੰਪਨੀ ਆ, ਆਲ ਕੈਨੇਡੀਅਨ ਕੰਪਨੀ, ਜਿਹੜੀ ਹਿਊਮਨ ਟਰਾਇਲਸ ਫੇਜ਼ ਤੱਕ ਪਹੁੰਚੀ ਆ, ਮੈਡੀਕੈਗੋ ਇੰਕ। ਅਤੇ ਪਰ ਇਹਦੇ ਵਿੱਚ ਵੀ ਇੱਕ ਐਂਗਲ ਆ ਜਾਣਾ ਕਿ ਜਦੋਂ ਟਰਾਇਲਸ ਹੈਗੇ ਆ, ਇਹਨਾਂ ਦਾ ਜਦੋਂ ਵਿਸਤਾਰ ਹੋਣਾ, ਤਾਂ ਕਪੈਸਿਟੀ ਨਹੀਂ ਹੈਗੀ ਕਿ ਕੈਨੇਡਾ ਦੇ ਵਿੱਚ ਉਹ ਟਰਾਇਲਸ ਕੀਤੇ ਜਾਣ। ਇਹਨਾਂ ਦਾ ਨਾਰਥ ਕੈਰੋਲਾਈਨਾ ਦੇ ਵਿੱਚ ਕੋਈ ਯੂਨਿਟ ਆ, ਉੱਥੇ ਉਹ ਟਰਾਇਲਸ ਹੋਣਗੇ, ਜਿਹੜੇ ਐਕਸਟੈਂਡਡ ਟਰਾਇਲਸ ਹੋਣਗੇ। ਸੋ ਉੱਥੇ ਵੀ US ਦੇ ਉੱਤੇ ਨਿਰਭਰਤਾ ਆ ਗਈ ਉੱਥੇ। ਇਸ ਤੋਂ ਪਹਿਲਾਂ ਵੀ ਜਿਹੜੀ ਟਰਾਇਲਸ ਦੀ ਗੱਲ ਹੋਈ ਸੀ, ਆਪਾਂ ਨਿਊਜ਼ ਟੇਕਅਵੇ ਦੇ ਵਿੱਚ ਵੀ ਗੱਲ ਕੀਤੀ ਸੀ, ਮਈ ਦੇ ਮਹੀਨੇ 'ਚ, ਜਿਹੜੀ ਚਾਈਨਾ ਦੇ ਨਾਲ ਕੈਨਸਾਈਨੋ ਬਾਇਓਲੋਜਿਕਸ ਦੀ ਵੈਕਸੀਨ ਸੀ, ਜਿਹਦੀ ਕੈਨੇਡਾ ਨੈਸ਼ਨਲ ਕਾਊਂਸਲ ਰਿਸਰਚ ਕਾਊਂਸਲ ਦੇ ਨਾਲ, NRC ਦੇ ਨਾਲ ਕੋਲੈਬੋਰੇਸ਼ਨ ਹੋਈ ਸੀ। ਹੁਣ ਉਹਨਾਂ ਨੇ ਵੂਹਾਨ ਦੇ ਵਿੱਚ ਜਿਹੜੇ ਟਰਾਇਲ ਕਰਕੇ ਮਈ ਦੇ ਵਿੱਚ ਰਿਪੋਰਟ ਛਾਪੀ, ਫਿਰ ਹੋਇਆ ਜੀ ਕੈਨੇਡਾ ਦੇ ਨਾਲ ਹੁਣ ਕੋਲੈਬੋਰੇਸ਼ਨ ਹੋ ਗਈ, ਹੈਲੀਫੈਕਸ ਦੇ ਵਿੱਚ ਟੈਸਟਿੰਗ ਸ਼ੁਰੂ ਹੋ ਜਾਣੀ ਆ। ਇੰਟਰਸਟਿੰਗਲੀ ਇਹਦੇ ਬਾਰੇ ਉਸ ਤੋਂ ਬਾਅਦ ਫਿਰ ਕੁਝ ਦਿਨ ਗੱਲ ਚੱਲੀ, ਫਿਰ ਕੋਈ ਗੱਲ ਚੱਲੀ ਨਹੀਂ, ਠੰਡੇ ਬਸਤੇ 'ਚ ਪੈ ਗਈ। ਹੁਣ ਇਹਦੇ ਵਿੱਚੋਂ ਜਿਹੜੀ ਅਗਲੀ ਫਰਦਰ ਡਿਟੇਲ ਆ, ਉਹਦੇ ਵਿੱਚੋਂ ਜਿੱਥੇ ਇੱਕ ਮੈਡੀਕਲ ਚੈਲੰਜ ਜੋ ਹੋਣਾ ਸੋ ਹੋਣਾ, ਪਰ ਇਹ ਬਹੁਤ ਔਖਾ ਕਨੈਕਸ਼ਨ ਨਹੀਂ ਹੈ ਬਣਾਉਣਾ ਕਿ ਕਿਤੇ ਜਿਹੜਾ ਇਹ ਪੋਲੀਟੀਕਲ ਰਫੜ ਪਿਆ ਚਾਈਨਾ ਦੇ ਨਾਲ, ਉਹਦੇ ਕਰਕੇ ਤੇ ਨਹੀਂ ਇਹ ਪ੍ਰੋਬਲਮ ਪੈ ਗਈ। ਉਹ ਜਿਹੜਾ ਵੈਕਸੀਨ ਦਾ ਕੰਮ ਸੀ ਕੈਨਸਾਈਨੋ ਬਾਇਓਲੋਜਿਕਸ ਵਾਲਾ, NRC ਦੇ ਨਾਲ ਕੋਲੈਬੋਰੇਸ਼ਨ 'ਚ, ਉਹਨੂੰ ਠੱਲ ਕਾਤੇ ਪੈ ਗਈ? ਉਹ ਕਹਿੰਦੇ ਕਿ ਉਹ ਚਾਈਨੀਜ਼ ਕਸਟਮਸ ਦੇ ਵਿੱਚ ਉਹ ਵੈਕਸੀਨ ਦੀ ਡਿਲੀਵਰੀ ਫਸੀ ਹੋਈ ਹੈ, ਉਹਨਾਂ ਨੇ ਰੋਕ ਲਈ ਹੋਈ ਹੈ, ਉਹ ਪਹੁੰਚੀ ਨਹੀਂ ਕੈਨੇਡਾ ਜਿਹਦੇ ਹਿਊਮਨ ਟਰਾਇਲਸ ਹੋਣੇ ਸੀ। ਹੁਣ ਤੁਸੀਂ ਸੋਚੋ, ਜਦੋਂ ਉਸ ਵੈਕਸੀਨ ਦੀ ਗੱਲ ਵੀ ਹੋਈ ਸੀ ਨਾ ਵਾਸੂ, ਉਦੋਂ ਇਹ ਸੀ ਕਿ ਜੇ ਅਸੀਂ ਇਹਦੀ ਰਿਸਰਚ ਦੇ ਵਿੱਚ ਪਾਰਟਨਰ ਬਣਦੇ ਹਾਂ, ਤਾਂ ਫਿਰ ਜਦੋਂ ਵੈਕਸੀਨ ਇਹੀ ਵੈਕਸੀਨ ਜੇ ਹੁੰਦੀ ਆ, ਜਦੋਂ ਇਹ ਪ੍ਰੋਡਿਊਸ ਹੋਏਗੀ, ਤਾਂ ਸਾਨੂੰ ਇਹਦੀ ਜਿਹੜੀ ਲੋੜੀਂਦੀ ਕੁਆਂਟਿਟੀ ਆ ਆਪਣੇ ਕੈਨੇਡੀਅਨ ਪਾਪੂਲੇਸ਼ਨ ਲਈ, ਉਹ ਹਾਸਲ ਕਰਨ ਦੇ ਵਿੱਚ ਜਹਿਦ ਨਹੀਂ ਕਰਨੀ ਪੈਣੀ। ਉਹ ਕੈਨੇਡੀਅਨ ਕੁਆਂਟਿਟੀ, ਜਿਹੜੀ ਅਸਲੀ ਕੁਆਂਟਿਟੀ ਆ, ਉਹ ਤਾਂ ਬਾਅਦ ਦੀ ਗੱਲ ਛੱਡੋ, ਹਲੇ ਤਾਂ ਜਿਹੜੇ ਵੈਕਸੀਨ ਦੇ ਟਰਾਇਲ ਦੇ ਸੈਂਪਲ ਆਉਣੇ ਸੀ, ਅਗਲਿਆਂ ਨੇ ਉਹੀ ਰੋਕ ਲਏ। ਬਿਲਕੁਲ ਵਿਜੇ, ਜਿਹੜੀ ਇਹ ਵੈਕਸੀਨ ਚਾਈਨਾ ਵੱਲੋਂ ਡਿਵੈਲਪ ਕੀਤੀ ਗਈ ਆ, ਇਹ ਕੈਨਸਾਈਨੋ ਪਲੱਸ ਜਿਹੜਾ ਮਿਲਟਰੀ ਦਾ ਜਿਹੜਾ ਉਹਨਾਂ ਦਾ ਮੈਡੀਕਲ ਵਿੰਗ ਹੈਗਾ, ਉਹਨਾਂ ਨਾਲ ਕੋਲੈਬੋਰੇਸ਼ਨ ਦੇ ਨਾਲ ਆ। ਅਤੇ ਇਹ ਜਿਹੜੀ ਵੈਕਸੀਨ ਹੈ, ਇਹ ਮਿਲਟਰੀ ਵਾਸਤੇ ਅਤੇ ਐਕਸਪੈਰੀਮੈਂਟਸ ਵਾਸਤੇ ਅਪਰੂਵ ਵੀ ਕਰ ਦਿੱਤੀ ਗਈ, ਚਾਈਨੀਜ਼ ਮਿਲਟਰੀ ਵਾਸਤੇ। ਅਤੇ ਹੁਣ ਵਿਜੇ ਕੈਨਸਾਈਨੋ, ਇਹ ਦੇਖੋ ਇਹਨਾਂ ਨੇ ਇੱਕ, ਮੈਂ ਮਿਲਟਰੀ ਦਾ ਜ਼ਿਕਰ ਤਾਂ ਕਰ ਰਿਹਾ ਕਿ ਇਹ ਡਾਇਰੈਕਟਲੀ ਜਿਹੜੀ ਉੱਥੇ ਦਾ ਜਿਹੜਾ ਸਿਸਟਮ ਹੈਗਾ, ਉੱਥੇ ਦੀ ਐਡਮਿਨਿਸਟ੍ਰੇਸ਼ਨ ਆ, ਗਵਰਨਮੈਂਟ ਆ, ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਵੈਕਸੀਨ। ਬਿਲਕੁਲ। ਸੋ ਇਹ ਵੈਕਸੀਨ ਨੂੰ ਲੈ ਕੇ ਹੁਣ ਉਹ ਡਿਪਲੋਮੈਟਿਕ ਪੱਤਾ ਵੀ ਖੇਡ ਰਹੇ ਨੇ। ਉਹਨਾਂ ਨੇ ਚਾਈਨਾ ਨੂੰ ਇੱਕ ਕਹਿ ਲਓ ਕਿ ਦਾਣਾ ਪਾਇਆ ਸੀ ਕਿ ਅਸੀਂ ਤੁਹਾਡੇ ਨਾਲ ਕੋਲੈਬੋਰੇਸ਼ਨ ਕਰ ਲੈਂਦੇ ਹਾਂ। ਉਹਨਾਂ ਨੂੰ ਕੋਈ ਲੋੜ ਨਹੀਂ ਸੀ, ਜੇ ਟਰਾਇਲਸ ਹੀ ਕਰਨੇ ਨੇ, ਉਹਨਾਂ ਕੋਲ ਹੋਰ ਆਪਸ਼ਨਸ ਵੀ ਹੈਗੇ, ਵਾਈ ਓਨਲੀ ਕੈਨੇਡਾ। ਐਂਡ ਹੁਣ ਜਿਹੜੇ ਕੈਨਸਾਈਨੋ ਵਾਲੇ ਨੇ, ਉਹ ਬ੍ਰਾਜ਼ੀਲ ਦੇ ਨਾਲ, ਮੇਰੇ ਖਿਆਲ ਈਵਨ ਮਿਡਲ ਈਸਟ ਦੇ ਵਿੱਚ ਵੀ ਕੰਟਰੀਜ਼ ਦੇ ਨਾਲ, ਬ੍ਰਾਜ਼ੀਲ ਦੇ ਨਾਲ, ਚਿਲੇ ਦੇ ਨਾਲ, ਰਸ਼ੀਆ ਅਤੇ ਸਾਊਦੀ ਅਰੇਬੀਆ, ਉਹਨਾਂ ਨਾਲ ਹੁਣ ਕੰਟੈਕਟ ਕਰ ਰਹੇ ਨੇ, ਕਹਿੰਦੇ ਕਿ ਅਸੀਂ ਤੁਹਾਡੇ ਨਾਲ ਕਰ ਲੈਂਦੇ ਹਾਂ ਟਰਾਇਲਸ। ਸੋ ਹੁਣ ਵੈਕਸੀਨ ਨੂੰ ਲੈ ਕੇ ਜਿਹੜੀਆਂ ਡਿਪਲੋਮੈਟਿਕ ਗੇਮਸ ਹੈਗੀਆਂ, ਜਿਹੜੀਆਂ ਜੀਓ ਪੋਲੀਟੀਕਲ ਗੇਮਸ ਹੈਗੀਆਂ, ਉਹ ਵੀ ਹੁਣ ਸ਼ੁਰੂ ਹੋ ਗਈਆਂ। ਐਂਡ ਦਿਸ ਇਜ਼ ਐਗਜ਼ੈਕਟਲੀ ਅ ਪ੍ਰੀਕਰਸਰ। ਜਦੋਂ ਪਹਿਲਾਂ ਗੱਲ ਵੈਕਸੀਨ ਦੀ ਤੁਰਨੀ ਸ਼ੁਰੂ ਹੋਈ ਸੀ, ਉਦੋਂ ਇਹ ਹੋਇਆ ਸੀ ਵੀ ਕਿਤੇ ਇੱਦਾਂ ਤਾਂ ਨਹੀਂ ਹੋਏਗਾ ਕਿ ਜਿਸ ਹਿਸਾਬ ਨਾਲ ਹੁਣ ਵਰਲਡ ਆਰਡਰ ਬਣਦਾ ਜਾ ਰਿਹਾ, ਦੇਖੋ ਪਹਿਲਾਂ ਕੀ ਸੀ, ਪਹਿਲਾਂ ਸੀਗਾ ਵੀ ਤੁਸੀਂ ਕਿਹਦੇ ਨਾਲ ਟਰੇਡ ਕਰਦੇ ਹੋ ਅਤੇ ਤੁਸੀਂ ਕਿਹਨੂੰ ਬਿਜ਼ਨਸ ਦਿੰਦੇ ਹੋ, ਉਹਦੇ ਨਾਲ ਤੁਹਾਡੀ ਦੋਸਤੀ ਜ਼ਾਹਰ ਹੁੰਦੀ ਸੀ ਜਾਂ ਦੁਸ਼ਮਣੀ ਦਾ ਪਤਾ ਲੱਗਦਾ ਸੀ। ਵੀ ਕਿਤੇ ਹੁਣ ਇਸ ਪੈਂਡੈਮਿਕ ਤੋਂ ਬਾਅਦ ਜਾਂ ਪੈਂਡੈਮਿਕ ਦੌਰਾਨ ਹੁਣ ਕਿਤੇ ਇਹ ਇੱਕ ਨਵਾਂ ਤਰੀਕਾ ਤਾਂ ਨਹੀਂ ਆ ਰਿਹਾ ਵੀ ਤੁਸੀਂ ਇਲਾਜ ਦੇ ਜਿਹੜੇ ਵਸੀਲੇ ਨੇ ਉਹ ਕਿਹਨੂੰ ਮੁਹੱਈਆ ਕਰਾਉਂਦੇ ਹੋ ਅਤੇ ਕਿਹਦੇ ਇਲਾਜ ਦੇ ਵਸੀਲੇ ਰੋਕ ਲੈਂਦੇ ਹੋ। ਬਿਲਕੁਲ, ਜੇ ਟਰੇਡ ਵਿੱਚ ਬੈਲੈਂਸ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਟਰੇਡ ਬੈਲੈਂਸਡ ਹੋਵੇ। ਜਦੋਂ ਇੱਕ ਪਾਰਟਨਰ ਬਹੁਤ ਜ਼ਿਆਦਾ ਵੱਡਾ ਹੋ ਗਿਆ, ਜਦੋਂ ਇੰਬੈਲੈਂਸ ਹੋ ਗਿਆ, ਡਿਸਪੈਰਿਟੀ ਹੋ ਗਈ, ਉਦੋਂ ਉਸ ਤੋਂ ਬਾਅਦ ਫਿਰ ਕੋਈ ਮਤਲਬ ਨਹੀਂ। ਉਹ ਫਿਰ ਜਿਹੜਾ ਵੱਡਾ ਪਾਰਟਨਰ ਹੈ, ਉਹ ਕਦੀ ਵੀ ਛੋਟੇ ਪਾਰਟਨਰ ਨੂੰ ਬਲੈਕਮੇਲ ਕਰ ਸਕਦਾ ਕਿਸੇ ਗੱਲ ਨੂੰ ਵੀ ਲੈ ਕੇ।
ਇਸੇ ਕਰਕੇ ਹੁਣ ਜਿਹੜੀ ਇਹ ਰਿਪੋਰਟ ਹੈ ਕਿ ਮੈਡੀਕਾਗੋ ਇਟਸ ਐਨ ਆਲ ਕੈਨੇਡੀਅਨ ਕੰਪਨੀ, ਉਹਨਾਂ ਦਾ ਪਹਿਲਾ ਹਿਊਮਨ ਟ੍ਰਾਇਲ ਸ਼ੁਰੂ ਹੋਇਆ। ਦੇ ਆਰ ਦ ਫਰੰਟ ਰਨਰਸ ਇਨ ਦਿਸ ਗੇਮ। ਇਸ ਕਰਕੇ ਇਹ ਖਬਰ ਬਹੁਤ ਵੱਡੀ ਹੈ ਕਿਉਂਕਿ ਹੁਣ ਹੋਮ ਗਰੋਨ ਵੈਕਸੀਨ ਦੀ ਜਿਹੜੀ ਇੱਕ ਡਿਮਾਂਡ ਹੈ, ਇੱਕ ਜਿਹੜੀ ਉਹਦੀ ਇੰਪੋਰਟੈਂਸ ਹੈ, ਉਹ ਹੁਣ ਬਹੁਤ ਜ਼ਿਆਦਾ ਵੱਧ ਗਈ। ਹਾਂ, ਪਰ ਹੁਣ ਇਹੀ ਹੈ ਵੀ ਹਲੇ ਤੱਕ ਐਨੀਮਲ ਟਰਾਇਲਸ ਜਿਹੜੇ ਕੀਤੇ ਗਏ ਨੇ ਉਹ ਇਨਕਰੇਜਿੰਗ ਨੇ। ਅਜੇ ਸਿਰਫ 6 ਬੰਦਿਆਂ ਨੂੰ ਵੈਕਸੀਨ ਦਿੱਤੀ ਆ। ਉਹ ਵੀ ਹਲੇ ਇਹ ਨਹੀਂ ਦੇਖਣਾ ਕਿ ਵੈਕਸੀਨ ਅਸਲ ਦੇ ਵਿੱਚ ਬਿਮਾਰੀ ਨੂੰ ਫਾਈਟ ਕਰਨ ਦੇ ਵਿੱਚ ਹਿਊਮਨਸ 'ਚ ਕਿੰਨੀ ਅਸਰਦਾਰ ਹੋਣੀ ਆ। ਹਲੇ ਤੇ ਇਹ ਦੇਖਣਾ ਵੀ ਇਹ 6 ਬੰਦੇ ਸੇਫ ਰਹਿੰਦੇ ਨੇ, ਕੋਈ ਸਾਈਡ ਇਫੈਕਟ ਤੇ ਨਹੀਂ ਸਾਹਮਣੇ ਆਉਂਦੇ। ਤੇ ਅਜੇ ਵੀ 3 ਹਫ਼ਤੇ ਮੋਨੀਟਰ ਕੀਤਾ ਜਾਣਾ। ਸੋ ਉਹ ਟਾਈਮਲਾਈਨ ਅਜੇ ਖਾਸੀ ਚੱਲਦੀ ਪਈ ਆ, ਵੱਡੀ ਆ। ਤੇ ਵਿਜੇ ਸਿਰਫ ਮੈਡੀਕਾਗੋ ਹੀ ਨਹੀਂ, ਕੈਨੇਡਾ ਦੇ ਵਿੱਚ ਹੋਰ ਬਹੁਤ ਸਾਰੀਆਂ ਵੈਕਸੀਨਸ ਨੇ। ਇੱਕ ਸਸਕੈਚੁਅਨ ਦੇ ਵਿੱਚ ਜਿਹੜੀ ਉਹ ਇਨਫੈਕਸ਼ੀਅਸ ਡਿਜ਼ੀਜ਼ ਵਾਲੀ ਲੈਬ ਆ, ਜਿਨ੍ਹਾਂ ਨੇ ਸਭ ਤੋਂ ਪਹਿਲਾਂ COVID-19 ਵਾਲਾ ਜਿਹੜਾ ਵਾਇਰਸ ਸੀ ਉਹਨੂੰ ਆਈਸੋਲੇਟ ਕਰ ਲਿਆ ਸੀ, ਜਿਹੜੇ ਵਾਈਡੋ ਇੰਟਰਵੈਕ ਸਸਕੈਚੁਅਨ, ਉਹਨਾਂ ਵੱਲੋਂ ਵੀ ਇੱਕ ਵੈਕਸੀਨ 'ਤੇ ਕੰਮ ਕੀਤਾ ਜਾ ਰਿਹਾ। ਵਿਜੇ ਇਸ ਤੋਂ ਪਹਿਲਾਂ ਇੱਕ ਡਾਕਟਰ ਹੈਲੀਫੈਕਸ ਹੈਗੇ, ਡਾਕਟਰ ਸਕਾਟ ਹੈਲੀਫੈਕਸ, ਇਹ ਕੈਨੇਡੀਅਨ ਸੈਂਟਰ ਫਾਰ ਵੈਕਸੀਨੋਲੋਜੀ ਦੇ ਡਾਇਰੈਕਟਰ ਆ। ਇਹਨਾਂ ਵੱਲੋਂ ਆਪਣੇ ਇੱਕ ਕੋਲੀਗਸ ਦੇ ਨਾਲ ਮਿਲ ਕੇ ਇੱਕ ਵੈਕਸੀਨ ਡਿਵੈਲਪ ਕੀਤੀ ਜਾ ਰਹੀ ਹੈ। ਪਿਛਲੇ 1 ਮਹੀਨੇ ਤੋਂ ਮੰਨਿਆ ਜਾ ਰਿਹਾ ਸੀ ਕਿ ਦੇ ਕੁਡ ਬੀ ਦਾ ਫਰੰਟ ਰਨਰ, ਪਰ ਫॉर ਸਮ ਰੀਜ਼ਨਸ ਉਹ ਡਿਲੇ ਹੋ ਗਏ ਤੇ ਮੈਡੀਕਾਗੋ ਦੀ ਪਹਿਲਾਂ ਆ ਗਈ ਰਿਪੋਰਟ। ਉਸ ਤੋਂ ਇਲਾਵਾ ਵੀ ਜੇ ਤੁਸੀਂ ਵਾਈਡੋ ਇੰਟਰਵੈਕ ਦਾ ਤਾਂ ਮੈਂਸ਼ਨ ਕਰਤਾ, ਐਂਟੋਸ ਫਾਰਮਾਸਿਊਟੀਕਲਸ ਹੈਗੇ ਐਡਮਿੰਟਨ ਬੇਸਡ, ਤੇ ਇੱਕ ਹੈਗੀ ਆ IMV ਹੈਗੀ ਹੈ ਕੰਪਨੀ, IMV ਇੰਕ, ਨੋਵਾ ਸਕੋਸ਼ੀਆ ਦੇ ਵਿੱਚ। ਸੋ ਬਹੁਤ ਸਾਰੀਆਂ ਹੋਰ ਕੰਪਨੀਜ਼ ਵੀ ਹੈਗੀਆਂ ਜਿਹੜੀਆਂ ਆਲਮੋਸਟ ਹੁਣ ਹਿਊਮਨ ਟਰਾਇਲਸ ਦੀ ਕਗਾਰ ਤੇ ਪਹੁੰਚੀਆਂ ਹੋਈਆਂ। ਦੇ ਜਸਟ ਵੇਟਿੰਗ ਫॉर ਹੈਲਥ ਕੈਨੇਡਾਜ਼ ਅਪਰੂਵਲ। ਤੇ ਜਿੱਦਾਂ ਹੀ ਉਹ ਆਉਂਦਾ ਤਾਂ ਬਹੁਤ ਸਾਰੀਆਂ ਕੰਪਨੀਜ਼ ਹੁਣ ਕੈਨੇਡੀਅਨ ਕੰਪਨੀਜ਼ ਉਹ ਆਲ ਕੈਨੇਡਾ ਵੈਕਸੀਨ ਦੇ ਉੱਤੇ ਕੰਮ ਕਰ ਰਹੀਆਂ ਨੇ ਤੇ ਹਿਊਮਨ ਟਰਾਇਲਸ ਜਲਦ ਹੀ ਸ਼ੁਰੂ ਹੋਣ ਦੇ ਆਸਾਰ ਹੈਗੇ। ਹਾਂ, ਜਿਸ ਹਿਸਾਬ ਦਾ ਵਰਲਡ ਆਰਡਰ ਬਣਦਾ ਪਿਆ, ਇਹ ਵਧੀਆ ਚੀਜ਼ ਹੋਏਗੀ ਜੇ ਵਿਦਿਨ ਕੈਨੇਡਾ ਹੀ ਕੋਈ ਵੈਕਸੀਨ ਅਜਿਹੀ ਹੋਵੇ, ਇੱਥੇ ਹੀ ਡਿਵੈਲਪ ਹੋ ਕੇ ਪ੍ਰੋਡਿਊਸ ਹੋ ਸਕੇ। ਕਿਉਂਕਿ ਨੈਕਸਟ ਕੁਐਸਚਨ ਆਉਣਾ ਫਿਰ ਪ੍ਰੋਡਕਸ਼ਨ ਕੈਪੈਸਿਟੀ ਤੇ, ਵੀ ਕੀ ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਵੈਕਸੀਨ ਦੀਆਂ ਖੁਰਾਕਾਂ ਤਿਆਰ ਵੀ ਕੀਤੀਆਂ ਜਾ ਸਕਣਗੀਆਂ ਕਿ ਨਹੀਂ। ਫਿਰ ਹਲੇ ਵਾਸੂ ਇਹ ਨਹੀਂ ਪਤਾ ਕਿ ਜਿਹੜੀ ਇਹ ਵੈਕਸੀਨ ਆ, ਇਹ ਇੱਕ ਸਿੰਗਲ ਡੋਜ਼ ਵੈਕਸੀਨ ਹੋਣੀ ਆ ਜਾਂ ਫਿਰ ਜਦੋਂ ਇਹ ਲੋਕਾਂ 'ਚ ਐਡਮਿਨਿਸਟਰ ਕੀਤੀ ਜਾਣੀ ਆ ਕਿ ਫਿਰ ਉਹ ਵੀ ਮਲਟੀਪਲ ਰਾਊਂਡਸ ਉਹਦੇ ਲਵਾਉਣੇ ਪੈਣਗੇ। ਸੋ ਅਜੇ ਤਾਂ ਦਿੱਲੀ ਦੂਰ ਆ, ਬਹੁਤ ਦੂਰ ਟੈਸਟਿੰਗ ਅਜੇ ਬਹੁਤ, ਕਿੰਨੇ ਫੇਜ਼ਸ ਹੁੰਦੇ ਆਪਾਂ ਪਹਿਲਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, 3-4 ਫੇਜ਼ਸ ਹੁੰਦੇ ਟੈਸਟਿੰਗ ਦੇ। ਅਜੇ ਪਹਿਲਾ ਹਿਊਮਨ ਟਰਾਇਲ ਸ਼ੁਰੂ ਹੋਇਆ ਤੇ ਗੱਲ ਉਹੀ ਹੈ ਕਿ ਇਹਦੀ ਇੰਪੋਰਟੈਂਸ ਤਾਂ ਹੈ ਕਿ ਇਟਸ ਐਨ ਆਲ ਕੈਨੇਡੀਅਨ ਟਰਾਇਲ। ਤੇ ਹੁਣ ਵਰਲਡ ਆਰਡਰ ਦੇਖ ਕੇ ਸਮਝ ਲੱਗਦੀ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਦਿੱਲੀ ਦੂਰ ਵੀ ਹੈ ਤੇ ਨਕਸ਼ਾ ਵੀ ਕਨਫਿਊਜ਼ਿੰਗ ਆ। ਯੈਸ, ਚੱਕਰ ਇਹ ਆ, ਕਈ ਵਾਰ ਬੰਦਾ ਸਰਕਲ 'ਚ ਹੀ ਘੁੰਮੀ ਜਾਂਦਾ, ਪੁਰਾਣੀ ਦਿੱਲੀ ਵਾਂਗ।